ਵੈਲਕਮ ਬੇਟਾ ਜੀ। ਦੇਖੋ ਜਿਹੜੀ ਆਪਾਂ ਅੱਜ ਸ਼ਾਰਟ ਵੀਡੀਓ ਲੈ ਕੇ ਆਏ ਹਾਂ ਉਹ 8th 9th 10th ਸਾਰਿਆਂ ਲਈ ਬਹੁਤ ਇੰਪੋਰਟੈਂਟ ਹੈ ਔਰ ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਕਿਉਂ ਹੈ ਬਿਕੋਜ਼ ਨੈਸ ਆ ਰਿਹਾ ਹੈ NAS ਨੈਸ਼ਨਲ ਅਚੀਵਮੈਂਟ ਸਰਵੇ। ਅਤੇ ਉਹਦੇ ਵਿੱਚ ਬੇਟੇ ਆਪਾਂ ਸਭ ਤੋਂ ਵੱਧ ਕਨਫਿਊਜ਼ ਦੇਖੋ ਨੰਬਰ ਸਿਸਟਮ 'ਚ ਹੋ ਜਾਂਦੇ ਹਾਂ ਕਿ ਪਰਿਮੇਯ ਸੰਖਿਆਵਾਂ ਕੀ ਨੇ ਅਪਰਿਮੇਯ ਸੰਖਿਆਵਾਂ ਕੀ ਨੇ। ਅਤੇ ਅੱਜ ਵੀ ਮੈਨੂੰ ਇੱਕ ਬੱਚੇ ਦਾ ਕਮੈਂਟ ਆਇਆ ਸੀ ਕਿ ਮੈਮ ਪਰਿਮੇਯ ਅਤੇ ਅਪਰਿਮੇਯ ਸੰਖਿਆਵਾਂ ਬਾਰੇ ਹੋਰ ਦੱਸੋ। ਤਾਂ ਬੇਟੇ ਮੈਂ ਤੁਹਾਡੇ ਲਈ ਸ਼ਾਰਟ ਵੀਡੀਓ ਹੀ ਬਣਾ ਦਿੱਤੀ ਹੈ, ਠੀਕ ਹੈ। ਤਾਂ ਚਲੋ ਸਿੱਖਦੇ ਹਾਂ ਪਰਿਮੇਯ ਅਤੇ ਅਪਰਿਮੇਯ ਸੰਖਿਆਵਾਂ ਬਾਰੇ, ਰੈਸ਼ਨਲ ਐਂਡ ਇਰਰੈਸ਼ਨਲ ਨੰਬਰਸ ਬਾਰੇ। ਹਾਂਜੀ, ਰੈਸ਼ਨਲ ਅਤੇ ਇਰਰੈਸ਼ਨਲ ਨੰਬਰਸ ਨੂੰ ਬੇਟੇ ਆਪਾਂ ਕਿਸੇ ਫਿਕਸ ਫਾਰਮੂਲੇ ਦੇ ਆਧਾਰਿਤ ਲੱਭ ਸਕਦੇ ਹਾਂ। ਤਿੰਨ ਡੈਫੀਨੇਸ਼ਨਸ ਮੈਂ ਤੁਹਾਨੂੰ ਕਰਵਾਉਂਗੀ ਇਹਨਾਂ ਦੀਆਂ। ਤਾਂ ਫਸਟ ਡੈਫੀਨੇਸ਼ਨ ਹੈ ਰੈਸ਼ਨਲ ਨੰਬਰ ਦੀ ਜਿਸ ਸੰਖਿਆ ਨੂੰ P/Q ਰੂਪ ਵਿੱਚ ਲਿਖ ਸਕਦੇ ਹਾਂ। ਆਪਾਂ ਇੰਗਲਿਸ਼ 'ਚ ਬੋਲੀਏ ਤਾਂ ਦ ਨੰਬਰ ਵਿਚ ਕੈਨ ਬੀ ਰਿਟਨ ਇਨ P/Q ਫੋਰਮ। ਆਪਾਂ ਆਪਣੀ ਭਾਸ਼ਾ ਦੇ ਵਿੱਚ ਬੋਲੀਏ ਤਾਂ ਜਿਸ ਸੰਖਿਆ ਨੂੰ ਬਟਿਆਂ ਦੇ ਰੂਪ ਵਿੱਚ ਲਿਖ ਸਕਦੇ ਹਾਂ, ਠੀਕ ਹੈ। ਹੁਣ ਇੱਥੇ P ਅਤੇ Q ਕੀ ਨੇ? ਦੋਨੋਂ ਸੰਪੂਰਨ ਸੰਖਿਆਵਾਂ ਮੀਨਜ਼ ਇੰਟੀਜਰਸ। ਅਤੇ Q ਇਜ਼ ਨਾਟ ਇਕੁਅਲ ਟੂ 0 ਮਤਲਬ ਜੋ ਹਰ ਹੈ ਉਹ 0 ਨਹੀਂ ਹੋ ਸਕਦਾ। ਉਹ ਆਪਾਂ ਨੂੰ ਪਤਾ ਹੈ ਵੀ ਜੇ ਕਿਸੇ ਸੰਖਿਆ ਦੇ ਨੀਚੇ 0 ਆ ਜਾਏਗਾ ਤਾਂ ਉਹ ਨਾਟ ਡਿਫਾਈਨਡ ਹੋ ਜਾਏਗਾ, ਠੀਕ ਹੈ। ਉਹ ਸੰਭਵ ਨਹੀਂ ਭਾਗ ਕਰਨਾ 0 ਦੇ ਨਾਲ। ਤਾਂ ਬੱਚੇ ਸਭ ਤੋਂ ਪਹਿਲਾਂ ਆਪਾਂ ਰੈਸ਼ਨਲ ਨੰਬਰ ਦੀ ਕੀ ਡੈਫੀਨੇਸ਼ਨ ਦੇਖੀ ਕਿ ਜਿਸ ਨੂੰ ਆਪਾਂ P/Q ਰੂਪ ਦੇ ਵਿੱਚ ਲਿਖ ਸਕਦੇ ਹਾਂ। ਤਾਂ ਇਰਰੈਸ਼ਨਲ ਨੰਬਰ ਕੀ ਨੇ? ਇਸ ਦਾ ਬਿਲਕੁਲ ਆਪੋਜ਼ਿਟ, ਜਿਸ ਸੰਖਿਆ ਨੂੰ P/Q ਰੂਪ ਵਿੱਚ ਨਹੀਂ ਲਿਖ ਸਕਦੇ। ਬਾਕੀ ਸੇਮ ਹੈ, P ਔਰ Q ਸੰਪੂਰਨ ਸੰਖਿਆਵਾਂ ਨੇ, ਇੰਟੀਜਰਸ ਨੇ, ਅਤੇ Q ਜਿਹੜਾ ਹੈ ਉਹ ਨਾਟ ਇਕੁਅਲ ਟੂ 0 ਹੈ। ਤਾਂ ਬੇਟੇ ਕਈ ਸੰਖਿਆਵਾਂ ਆਪਣੇ ਕੋਲ ਇਹੋ ਜਿਹੀਆਂ ਆ ਜਾਂਦੀਆਂ ਨੇ ਜਿਨ੍ਹਾਂ ਬਟਿਆਂ ਦੇ ਰੂਪ ਵਿੱਚ ਲਿਖਿਆ ਹੀ ਨਹੀਂ ਜਾ ਸਕਦਾ। ਤੁਸੀਂ ਕਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਉਹਨੂੰ ਬਟਿਆਂ ਦੇ ਵਿੱਚ ਨਹੀਂ ਲਿਖ ਸਕਦੇ। ਹੁਣ ਮੈਂ ਬਟਿਆਂ ਕਿਉਂ ਕਹਿ ਰਹੀ ਹਾਂ ਕਿਉਂਕਿ ਆਪਾਂ ਇਹ ਸ਼ਬਦ ਆਮ ਯੂਜ਼ ਕਰਦੇ ਹਾਂ। ਜੇ ਮੈਂ P/Q ਫੋਰਮ ਬੋਲ ਰਹੀ ਹਾਂ ਤਾਂ ਮੇਬੀ ਤੁਹਾਨੂੰ ਲੱਗੇ ਹੈ ਨਾ ਕਿ ਨਹੀਂ ਸਮਝ ਆ ਰਿਹਾ, ਤਾਂ ਇਹਨੂੰ ਆਪਣੀ ਭਾਸ਼ਾ ਦੇ ਵਿੱਚ ਬੋਲ ਲਓ। ਜਦੋਂ ਇਹਨੂੰ ਆਪਾਂ ਓਵਰਾਂ ਦੇ ਵਿੱਚ ਨਹੀਂ ਰੱਖ ਸਕਦੇ, ਓਵਰ ਵਾਲੀ ਰਕਮ ਨਹੀਂ ਬਣਾ ਸਕਦੇ, ਤਾਂ ਦੈਟ ਇਜ਼ ਕਾਲਡ ਇਰਰੈਸ਼ਨਲ ਨੰਬਰ। ਜੇ ਲਿਖ ਸਕਦੇ ਹਾਂ ਤਾਂ ਰੈਸ਼ਨਲ ਨੰਬਰ। ਕਲੀਅਰ ਹੈ ਜੀ? ਇਹ ਆਪਣੀ ਵੈਰੀ ਫਸਟ ਡੈਫੀਨੇਸ਼ਨ ਹੈ। ਹੁਣ ਇਹਨੂੰ ਆਪਾਂ ਫਸਟ ਲਿਖ ਦਿੰਦੇ ਹਾਂ, ਫਸਟ ਡੈਫੀਨੇਸ਼ਨ। ਹੋਰ ਆਪਾਂ ਕਿੱਦਾਂ ਪਛਾਣ ਸਕਦੇ ਹਾਂ, ਕਿੱਦਾਂ ਇਹਨਾਂ 'ਚ ਡਿਫਰੈਂਸ ਕਰ ਸਕਦੇ ਹਾਂ? ਲੈਟਸ ਮੂਵ ਟੂ ਦਾ ਅਨਦਰ ਸ਼ੀਟ। ਹਾਂਜੀ, ਰੈਸ਼ਨਲ ਨੰਬਰ ਜੇ ਕਹਿੰਦੇ ਉਹ ਨੰਬਰ ਪਰਫੈਕਟ ਸਕੇਅਰ ਨੰਬਰ ਹੋਵੇ, ਇਫ ਇਟ ਇਜ਼ ਏ ਪਰਫੈਕਟ ਸਕੇਅਰ ਨੰਬਰ ਦੈਨ ਇਟ ਇਜ਼ ਕਾਲਡ ਰੈਸ਼ਨਲ। ਜਿੱਦਾਂ ਮੈਂ ਐਗਜ਼ਾਮਪਲ ਵੀ ਦਿੱਤੀ ਹੈ ਕਿ √4 ਦਾ ਜਿਹੜਾ ਸਕੇਅਰ ਰੂਟ ਹੈ, ਸਕੇਅਰ ਰੂਟ ਕਹਿ ਲਓ, ਅੰਡਰ ਰੂਟ ਕਹਿ ਲਓ, ਵਰਗਮੂਲ ਕਹਿ ਲਓ, ਦ ਸੇਮ ਥਿੰਗ। ਤਾਂ 4 ਦਾ ਜਿਹੜਾ ਵਰਗਮੂਲ ਹੈ ਉਹ 2 ਹੁੰਦਾ, ਮਤਲਬ 2 ਗੁਣਾ 2 4 ਹੈ। ਤਾਂ 4 ਦਾ ਰੂਟ ਕੱਢਾਂਗੇ ਤਾਂ ਆਪਣੇ ਕੋਲ ਕੀ ਆਊਗਾ? 2। ਤਾਂ ਆਪਾਂ 25 ਦਾ ਰੂਟ ਕੱਢਾਂਗੇ ਤਾਂ ਕੀ ਆਊਗਾ? 5। ਕੋਈ ਵੀ ਹੋਰ ਸੰਖਿਆ ਜਿਹਦਾ ਵਰਗਮੂਲ ਨਿਕਲ ਸਕਦਾ ਹੈ ਦੈਟ ਇਜ਼ ਕਾਲਡ ਰੈਸ਼ਨਲ। ਅਤੇ ਜਿਹਦਾ ਆਪਾਂ ਬੇਟੇ ਇਸ ਤੋਂ ਆਪੋਜ਼ਿਟ ਇਰਰੈਸ਼ਨਲ 'ਚ ਲੈ ਲਓ, ਜਿਹਦਾ ਆਪਾਂ ਸਕੇਅਰ ਰੂਟ ਪਰਫੈਕਟਲੀ ਨਹੀਂ ਕੱਢ ਸਕਦੇ, ਠੀਕ ਹੈ, ਜਿਹੜਾ ਪਰਫੈਕਟ ਸਕੇਅਰ ਨੰਬਰ ਨਹੀਂ ਹੈਗਾ, ਦੈਟ ਇਜ਼ ਕਾਲਡ ਇਰਰੈਸ਼ਨਲ ਨੰਬਰ, ਅਪਰਿਮੇਯ ਸੰਖਿਆ। ਠੀਕ ਹੈ, ਇਹਦੀ ਮੈਂ ਐਗਜ਼ਾਮਪਲ ਵੀ ਦਿੱਤੀ ਹੈ, √2 3 √23 √41। ਅੱਛਾ, ਇਹਦੇ ਵਿੱਚ ਮੈਂ ਸਾਰੇ ਜਿਵੇਂ ਪ੍ਰਾਈਮ ਨੰਬਰ ਲਿੱਤੇ ਨੇ, ਤਾਂ ਪ੍ਰਾਈਮ ਨੰਬਰ ਤੋਂ ਬਿਨਾਂ ਵੀ ਦੇਖੋ ਜੇ ਆਪਾਂ 12 ਕਹਿਣਾ ਹੋਵੇ ਤਾਂ 12 ਨੂੰ ਜਦੋਂ ਆਪਾਂ ਟੋਟੇ ਬਣਾਉਂਦੇ ਹਾਂ, ਇਹਦੇ ਪ੍ਰਾਈਮ ਫੈਕਟਰਸ ਬਣਾਉਂਦੇ ਹਾਂ ਤਾਂ ਕੀ ਬਣ ਜਾਂਦੇ ਨੇ ਫਿਰ? ਇਹ 2 √3। 4 ਤੀਏ 12 ਹੁੰਦਾ ਨਾ, 4 ਤੀਏ 12, ਤਾਂ 4 ਦਾ 2 ਬਾਹਰ ਨਿਕਲਿਆ ਆ ਰੂਟ ਤੋਂ ਕਿਉਂਕਿ ਉਹ ਪੇਅਰ ਬਣ ਰਿਹਾ ਸੀ ਅਤੇ √3 ਅੰਦਰ ਰਹਿ ਗਿਆ। ਤਾਂ √3 ਤਾਂ ਇਰਰੈਸ਼ਨਲ ਹੈ ਨਾ। ਤਾਂ ਕਲੀਅਰ ਹੋ ਗਿਆ? ਤਾਂ ਜਿਹੜਾ ਬੇਟਾ ਪਰਫੈਕਟ ਸਕੇਅਰ ਨੰਬਰ ਹੋਊਗਾ ਉਹ ਰੈਸ਼ਨਲ ਹੋਊਗਾ, ਅਤੇ ਜਿਹੜਾ ਪਰਫੈਕਟ ਸਕੇਅਰ ਨੰਬਰ ਨਹੀਂ ਹੋਊਗਾ ਉਹ ਇਰਰੈਸ਼ਨਲ ਹੋਊਗਾ। ਤਾਂ ਇਹ ਸੀਗੀ ਆਪਣੀ ਸੈਕਿੰਡ ਡੈਫੀਨੇਸ਼ਨ ਆਫ ਰੈਸ਼ਨਲ ਐਂਡ ਇਰਰੈਸ਼ਨਲ ਨੰਬਰਸ। ਇੱਥੇ ਆਪਾਂ ਲਿਖ ਲਈਏ ਇਹ ਸੈਕਿੰਡ ਡੈਫੀਨੇਸ਼ਨ ਹੈ। ਹਾਂਜੀ, ਆਪਾਂ ਅਗਲੀ ਸਲਾਈਡ 'ਤੇ ਚੱਲਦੇ ਹਾਂ ਜਿਹਦੇ 'ਤੇ ਇਹਦੀ ਥਰਡ ਡੈਫੀਨੇਸ਼ਨ ਹੈ। ਦੇਖੋ ਆਪਾਂ ਹੁਣ ਰਕਮਾਂ ਹੁੰਦੀਆਂ ਨੇ, ਸਟੇਟਮੈਂਟਸ ਹੁੰਦੀਆਂ ਨੇ, ਉਹਨੂੰ ਆਪਾਂ ਡੈਸੀਮਲ 'ਚ ਚੇਂਜ ਕਰਨਾ ਸਿੱਖਿਆ ਹੋਇਆ,
ठीक है। तो ਜਦੋਂ ਆਪਾਂ ਡੈਸੀਮਲ ਦੇ ਵਿੱਚ ਚੇਂਜ ਕਰਦੇ ਹਾਂ, ਡੈਸੀਮਲ ਐਕਸਪੈਂਸ਼ਨ ਬਣਾਉਂਦੇ ਹਾਂ, ਤਾਂ ਉਹ ਕਈ ਤਰ੍ਹਾਂ ਦੇ ਆਨਸਰਸ ਆਉਂਦੇ ਨੇ ਆਪਣੇ ਕੋਲ। ਜਾਂ ਤਾਂ ਉਹ ਸ਼ਾਂਤ ਆਊਗਾ, ਮਤਲਬ ਡੈਸੀਮਲ ਖਤਮ ਹੋ ਜਾਊਗਾ, ਆਪਣੀ ਜਿਹੜੀ ਡਿਵਾਈਡ ਹੈ ਉਹ ਰਿਮਾਈਂਡਰ 0 ਬਚ ਜਾਊਗਾ, ਠੀਕ ਹੈ। ਜਾਂ ਫਿਰ ਕਿਸ ਤਰ੍ਹਾਂ ਦੇ ਆਉਂਦੇ ਨੇ, ਅਸ਼ਾਂਤ ਆਵਰਤੀ, ਮਤਲਬ ਨੋਨ ਟਰਮੀਨੇਟਿੰਗ ਰਿਪੀਟਿੰਗ, ਮਤਲਬ ਉਹ ਖਤਮ ਵੀ ਨਹੀਂ ਹੋ ਰਹੀ ਤੁਹਾਡੀ ਭਾਗ ਹੈ ਜਿਹੜੀ, ਅਤੇ ਆਪਣੇ ਆਪ ਨੂੰ ਰਿਪੀਟ ਵੀ ਕਰੀ ਜਾ ਰਹੀ ਹੈ, ਤਾਂ ਉਦੋਂ ਆਪਾਂ ਕਹਾਂਗੇ ਦੈਟ ਨੰਬਰ ਇਜ਼ ਕਾਲਡ ਰੈਸ਼ਨਲ। ਇਸ ਤੋਂ ਬਿਲਕੁਲ ਉਲਟ ਹੈਗਾ ਇਰਰੈਸ਼ਨਲ। ਇਹ ਨੋਨ ਟਰਮੀਨੇਟਿੰਗ ਤਾਂ ਹੁੰਦਾ ਹੀ ਹੈ, ਅਸ਼ਾਂਤ ਤਾਂ ਹੁੰਦਾ ਹੀ ਹੈ, ਪਰ ਨੋਨ ਰਿਪੀਟਿੰਗ ਵੀ ਹੁੰਦਾ, ਆਪਣੇ ਆਪ ਨੂੰ ਰਿਪੀਟ ਵੀ ਨਹੀਂ ਕਰਦਾ। ਹੁਣ ਆਪਾਂ ਇਹਦੀ ਐਗਜ਼ਾਮਪਲ ਦਈਏ, ਜੇ ਹੁਣ ਮੈਂ ਲਿਖ ਰਹੀ ਹਾਂ 1.3 ਜਾਂ ਕੁਛ ਹੋਰ ਲਿਖ ਲਓ, ਕਿਉਂਕਿ ਇਹ ਮੈਂ ਐਗਜ਼ਾਮਪਲ ਮੇ ਬੀ ਅੱਗੇ ਦਿੱਤੀ ਹੈ। ਹੁਣ ਜਿਵੇਂ ਆਪਾਂ ਲਿਖ ਰਹੇ ਹਾਂ 2.5, ਤਾਂ ਹੁਣ ਇਹ ਇੱਕ ਡੈਸੀਮਲ ਪਲੇਸ ਤੋਂ ਬਾਅਦ ख़त्म ਹੋ ਗਿਆ, ਤਾਂ ਇਹ ਸ਼ਾਂਤ ਹੈ, ਟਰਮੀਨੇਟਿੰਗ ਹੈ, ਤਾਂ ਇਹ ਰੈਸ਼ਨਲ ਹੈ। ਜੇ ਹੁਣ ਮੈਂ ਇਸੇ ਨੂੰ ਇੱਦਾਂ ਲਿਖਦੀ ਕਿ 5-1 5-1-1 5-1-1 ਐਂਡ ਸੋ ਔਨ, ਇਹਦਾ ਮਤਲਬ ਇਹ ਆਪਣੇ ਆਪ ਨੂੰ ਰਿਪੀਟ ਵੀ ਨਹੀਂ ਕਰ ਰਹੀ, ਆਪਣੇ ਆਪ ਨੂੰ ख़त्म ਵੀ ਨਹੀਂ ਕਰ ਰਹੀ, ਯਾਨੀ ਕਿ ਇਹ ਸ਼ਾਂਤ ਵੀ ਹੈ ਅਤੇ ਅਣਾਵਰਤੀ ਵੀ ਹੈ, ਠੀਕ ਹੈ, ਨੋਨ ਟਰਮੀਨੇਟਿੰਗ ਵੀ ਹੈ ਅਤੇ ਨੋਨ ਰਿਪੀਟਿੰਗ ਵੀ ਹੈ, ਤਾਂ ਫਿਰ ਇਹ ਕੀ ਹੁੰਦੀ, ਇਰਰੈਸ਼ਨਲ। ਕਲੀਅਰ ਹੈ ਜੀ। ਤਾਂ ਜਿਹੜਾ ਡੈਸੀਮਲ ਐਕਸਪੈਂਸ਼ਨ ਹੈ ਉਹਦੇ ਨਾਲ ਵੀ ਆਪਾਂ ਰੈਸ਼ਨਲ ਅਤੇ ਇਰਰੈਸ਼ਨਲ ਦੇ ਵਿੱਚ ਡਿਫਰੈਂਸ ਕਰ ਸਕਦੇ ਹਾਂ। ਦਿਸ ਇਜ਼ ਦਾ ਥਰਡ ਡੈਫੀਨੇਸ਼ਨ, ਠੀਕ ਹੈ ਜੀ। ਹੁਣ ਆਪਾਂ ਚੱਲਦੇ ਹਾਂ ਇਹਦੀਆਂ ਐਗਜ਼ਾਮਪਲਸ 'ਤੇ। ਹੁਣ ਦੇਖੋ ਮੈਂ ਕੁਛ ਐਗਜ਼ਾਮਪਲਸ ਲਿਖੀਆਂ ਨੇ, ਜਿਵੇਂ ਹੁਣ ਵਰਗਮੂਲ 2 ਹੈ, ਅੰਡਰ ਰੂਟ 2 ਹੈ। ਤੁਸੀਂ ਮਾਈਂਡ ਦੇ ਵਿੱਚ ਕੀ ਸੋਚਣਾ ਹੈ ਕਿ ਮੈਮ ਨੇ ਕਿਹਾ ਸੀ ਡੈਫੀਨੇਸ਼ਨ ਦੇ ਅਕੋਰਡਿੰਗ ਪਰਫੈਕਟ ਸਕੇਅਰ ਨੰਬਰ ਇਜ਼ ਕਾਲਡ ਰੈਸ਼ਨਲ, ਅਤੇ ਜਿਹੜਾ ਪਰਫੈਕਟ ਸਕੇਅਰ ਨੰਬਰ ਨਹੀਂ ਹੈ ਉਹ ਇਰਰੈਸ਼ਨਲ। ਤਾਂ 2 ਪਰਫੈਕਟ ਸਕੇਅਰ ਨੰਬਰ ਨਹੀਂ ਹੈ, ਤਾਂ ਇਸ ਕਰਕੇ ਇਹ ਸੰਖਿਆ ਕੀ ਹੈ, अपरिमेय, इररैशनल। 1.31 ਤਾਂ ਮੇਰੀ थर्ड ਡੈਫੀਨੇਸ਼ਨ ਨੂੰ याद करना है। ਇਹਦੇ ਵਿੱਚ 2 ਡੈਸੀਮਲ ਪਲੇਸਿਸ ਤੋਂ ਬਾਅਦ ਡੈਸੀਮਲ ਖਤਮ ਹੋ ਰਿਹਾ ਹੈ, ਸ਼ਾਂਤ ਹੋ ਰਿਹਾ ਹੈ, ਤਾਂ ਇਹ ਰੈਸ਼ਨਲ ਹੈ, ਠੀਕ ਹੈ। ਨੈਕਸਟ ਦੇ ਵਿੱਚ ਦੇਖੋ 31, ਇੱਥੇ 310 ਹੈ, ਫਿਰ 3100 ਹੈ, ਫਿਰ 31000 ਹੈ, ਇਹਦਾ ਮਤਲਬ ਖਤਮ ਵੀ ਨਹੀਂ ਹੋ ਰਿਹਾ ਕਿਉਂਕਿ ਇਹ ਡੈਸ਼ 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 ਪਾ ਰੱਖੀ ਹੈ, ਅਤੇ ਆਪਣੇ ਆਪ ਨੂੰ ਰਿਪੀਟ ਵੀ ਨਹੀਂ ਕਰ ਰਿਹਾ, ਇਟ ਮੀਨਸ ਇਹ ਇਰਰੈਸ਼ਨਲ ਹੈ। ਨੈਕਸਟ ਦੇਖੋ 1.31 ਦੇ ਉੱਪਰ ਮੈਂ ਬਾਰ ਪਾਇਆ, ਜੇ ਆਪਾਂ ਇਹਨੂੰ ਖੋਲ ਕੇ ਲਿਖਣਾ ਹੋਵੇ ਤਾਂ 31 31 31 31, ਮਤਲਬ ਇਹ ਰਿਪੀਟ ਹੋ ਰਿਹਾ ਹੈ। ਨॉन टर्मिनेटिंग ਤਾਂ ਹੈ, नो डाउट ਇਹ ਖਤਮ ਨਹੀਂ ਹੋ ਰਿਹਾ, ਦੇਖੋ नॉन टर्मिनेटिंग ਹੈ ਬਟ ਰਿਪੀਟਿੰਗ ਹੈ, ਤਾਂ ਫਿਰ ਇਹ ਕੀ ਹੋਊਗਾ, ਰੈਸ਼ਨਲ ਨੰਬਰ। ਠੀਕ ਹੈ ਜੀ, ਸਮਝ ਆ ਗਿਆ। ਹੁਣ ਆਪਾਂ ਇੱਕ ਹੋਰ ਐਗਜ਼ਾਮਪਲ ਲਿੱਤੀ ਹੈ, ਕਨਫਿਊਜ਼ ਕਰਨ ਲਈ ਉਹਨੇ ਆਪਾਂ ਨੂੰ ਇੱਦਾਂ ਇੱਕ ਸਟੇਟਮੈਂਟ ਬਣਾ ਕੇ ਦੇਤੀ, ਤਾਂ ਆਪਾਂ ਸੋਚਣਾ ਹੈ ਕਿ ਕੀ रूट वाली अंडर रूट वाली जी टर्म है वो कैंसल हो रही है। तो आप जो इसकी ब्रैकेट में खोलिया तो अंडर रूट 3 कैंसल हो गया, लास्ट तो अपने को 2 बचिया, दैट इज़ रैशनल नंबर। हुण थोड़े माइंड दे विच आऊगा भी 2 नूं किहड़ा बटिया च लिखिया गया जी, मैम ने रैशनल लिखता। बेटा जदों भी कोई अपने को नैचुरल नंबर है, होल नंबर है, इंटीजर्स ने, तो उन्होंने दे ओवर आप 1 लिख सकते हैं, उन्होंने P ओवर Q फॉर्म दे विच लिख सकते हैं, तो इस करके वो परिमेय संख्यावां ने। ठीक है जी। हुण देखो हरेक संपूर्ण संख्या मीनस इंटीजर्स, ये परिमेय संख्या हुंदे ने। जिहड़े भी इंटीजर्स होणगे वो रैशनल नंबर होणगे ही होणगे बेटे, क्यों? चलो एग्जाम्पल्स देखते हैं। इंटीजर्स की ने, ऑल नैगेटिव्स, 0 एंड ऑल पॉजिटिव्स। ठीक है, हुण हरेक दे नीचे 1 तो लिख सकते हैं ना आपां, जे हुण आपां कहने -3 तो -3 ओवर 1 भी लिख सकते हैं, 0 कहने तो 0 दे ओवर 1 भी लिख सकते हैं। देखो इत्थों तुहानूं 9th वालियां नूं तां अपना पहला क्वेश्चन याद आ गया होगा, एक्सरसाइज 1.1 क्वेश्चन नंबर 1 कि 0 एक परिमेय संख्या है। उत्थे आपां यही शो कीता सी कि हाँ जी 0 दे ओवर आपां कुछ भी लिख सकते हैं, 0 नूं ओवरां च लिख सकते हैं, तो इस करके इहनूं आपां परिमेय संख्या कहने आ। तो जदों बेटा किसी भी संख्या नूं आपां P ओवर Q फॉर्म दे विच ले आंदा तो वह परिमेय बन गई, वह रैशनल बन गई। तो मैनूं लगता है बहुत डीपली मैं तुहानूं समझा दिता है कि अगे तो जदों भी तुहानूं क्वेश्चन आएगा कि डिफरेंस करो रैशनल इररैशनल दे विच, ते तुसीं आसानी दे नाल इन्हां नूं कर लोगे। थैंक्स फॉर वॉचिंग माई वीडियो, बाय बेटा।